हेलो स्टूडेंट्स, वेलकम अगेन इन इकनॉमिक्स इन पंजाबी। ਅੱਜ ਆਪਾਂ ਕਰਾਂਗੇ ਰਾਸ਼ਟਰੀ ਆਮਦਨ ਦੇ ਮਾਪ ਦੀਆਂ ਵਿਧੀਆਂ। ਤੇ ਤੁਸੀਂ ਪਿਛਲੇ ਲੈਸਨ 'ਚ ਪੜ੍ਹ ਚੁੱਕੇ ਹੋ ਕਿ ਰਾਸ਼ਟਰੀ ਆਮਦਨ ਹੁੰਦੀ ਕੀ ਹੈ। ਇਸ ਦੇ ਰਾਸ਼ਟਰੀ ਆਮਦਨ ਦੇ ਨਾਲ ਸੰਬੰਧਿਤ ਧਾਰਨਾਵਾਂ ਕਿਹੜੀਆਂ-ਕਿਹੜੀਆਂ ਨੇ। ਆਪਾਂ GDP ਤੋਂ GNP ਤੱਕ ਕਿਵੇਂ ਜਾਣਾ ਹੈ, NNP ਤੋਂ GNP ਤੱਕ ਕਿਵੇਂ ਜਾਣਾ ਹੈ, ਇਹ ਆਪਾਂ ਸਾਰਾ ਕੁਝ ਪੜ੍ਹ ਚੁੱਕੇ ਹਾਂ। ਤੇ ਫਿਰ ਇਸ ਲੈਸਨ 'ਚ ਆਪਾਂ ਕਰਾਂਗੇ ਕਿ ਰਾਸ਼ਟਰੀ ਆਮਦਨ ਨੂੰ ਮਾਪਿਆ ਕਿਵੇਂ ਜਾ ਸਕਦਾ ਹੈ। ਤੇ ਸਭ ਤੋਂ ਪਹਿਲਾਂ ਬੇਟਾ ਇੱਕ ਵਾਰ ਆਪਾਂ ਰਿਵਾਈਜ਼ ਕਰ ਲਈਏ ਕਿ ਰਾਸ਼ਟਰੀ ਆਮਦਨ ਹੁੰਦੀ ਕੀ ਹੈ। ਕਿਸੇ ਦੇਸ਼ ਦੇ ਸਧਾਰਨ ਨਿਵਾਸੀਆਂ ਦੁਆਰਾ ਉਤਪਾਦਨ ਦੇ ਸਾਧਨਾਂ ਦੀਆਂ ਸੇਵਾਵਾਂ ਦੇ ਬਦਲੇ ਵਿੱਚ ਪ੍ਰਾਪਤ ਸਾਧਨ ਆਮਦਨ ਨੂੰ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਤਾਂ ਹੁਣ ਇਸ ਲੈਸਨ 'ਚ ਆਪਾਂ ਇਹਦੀਆਂ ਵਿਧੀਆਂ ਕਰਾਂਗੇ ਕਿ ਰਾਸ਼ਟਰੀ ਆਮਦਨ ਦਾ ਮਾਪ ਕਿਵੇਂ ਕੀਤਾ ਜਾ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਇੱਕ ਨੰਬਰ ਦਾ ਵੈਰੀ ਇੰਪੋਰਟੈਂਟ ਕੁਐਸਚਨ ਹੈ, ਉਹ ਕੀ ਹੁੰਦਾ ਹੈ ਕਿ ਰਾਸ਼ਟਰੀ ਆਮਦਨ ਦਾ ਮਾਪ ਕਿਹੜੀ ਸੰਸਥਾ ਕਰਾਉਂਦੀ ਹੈ। ਤਾਂ ਹੁਣ ਇਹਦਾ ਆਨਸਰ ਬੱਚੋ ਯਾਦ ਕਰ ਲਓ ਚੰਗੀ ਤਰ੍ਹਾਂ, ਕਿਉਂਕਿ ਵੈਰੀ ਇੰਪੋਰਟੈਂਟ ਕੁਐਸਚਨ ਹੈ। ਰਾਸ਼ਟਰੀ ਆਮਦਨ ਦਾ ਮਾਪ ਕੇਂਦਰੀ ਅੰਕੜਾ ਸੰਗਠਨ ਇਹ ਕਰਵਾਉਂਦਾ ਆ ਕਿ CSO, ਇਹ ਹੁੰਦਾ ਸੈਂਟਰਲ ਸਟੈਟਿਸਟੀਕਲ ਆਰਗੇਨਾਈਜੇਸ਼ਨ। ਇਹ CSO ਤੁਸੀਂ ਯਾਦ ਰੱਖਣਾ ਹੈ ਕਿ ਰਾਸ਼ਟਰੀ ਆਮਦਨ ਦਾ ਮਾਪ ਇਹ ਸੰਸਥਾ ਕਰਾਉਂਦੀ ਹੈ। ਤਾਂ ਹੁਣ ਕਈ ਵਿਦਿਆਰਥੀ ਇਸ ਚੈਪਟਰ ਤੋਂ ਡਰਦੇ ਬਹੁਤ ਹੈ ਕਿ ਬਹੁਤ ਔਖਾ ਆ, ਜਾਂ ਆਪਾਂ ਇਹਦੀ ਇੱਕੋ ਵਿਧੀ ਕਰ ਲਈਏ, 3 ਵਿਧੀਆਂ ਕਿਉਂ ਕਰਨੀਆਂ ਨੇ। ਨਹੀਂ ਬੱਚੇ, ਇਹ ਕੀ ਹੈ, ਜੇ 3 ਵਿਧੀਆਂ ਬੁੱਕ 'ਚ ਨੇ ਤਾਂ ਆਪਾਂ ਤਿੰਨੋਂ ਹੀ ਕਰਨੀਆਂ ਨੇ। ਉਹਦਾ ਇੱਕ ਕਾਰਨ ਹੈ, ਕੀ ਹੈ ਕਿ ਜਦੋਂ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਤਾਂ ਆਪਾਂ ਨੂੰ ਰਕਮ ਦੇਖ ਕੇ ਪਤਾ ਲੱਗਦਾ ਕਿ ਇੱਥੇ ਕਿਹੜੀ ਵਿਧੀ ਲੱਗਣੀ ਹੈ। ਆਪਾਂ ਜੇ ਇੱਕ ਵਿਧੀ ਕਰ ਲਈ ਤਾਂ ਸਪੋਜ਼ ਕਰੋ ਆਪਾਂ ਵੈਲਿਊ ਐਡਿਡ ਮੈਥਡ ਕਰ ਲਿਆ, ਉੱਥੇ ਕੁਐਸਚਨ ਆਮਦਨ ਵਿਧੀ ਦਾ ਆ ਜਾਂਦਾ ਤਾਂ ਫਿਰ ਆਪਾਂ ਨੂੰ ਪ੍ਰੋਬਲਮ ਆਏਗੀ, ਆਪਣੇ ਮਾਰਕਸ ਘਟਣੇ ਆ। ਚਾਹੇ ਇਸ ਸਾਲ ਇੱਕ ਨੰਬਰ ਦੇ ਕੁਐਸਚਨਸ ਆਉਣੇ ਆ MCQ 'ਚ, ਪਰ MCQ ਦੇ ਵਿੱਚ ਵੀ ਇਸ ਲੈਸਨ 'ਚੋਂ ਬਹੁਤ ਸਾਰੇ ਇੰਪੋਰਟੈਂਟ ਕੁਐਸਚਨਸ ਆ ਸਕਦੇ ਆ। ਇਸ ਲਈ ਆਪਾਂ ਇਸ ਲੈਸਨ ਨੂੰ ਬਿਲਕੁਲ ਨਹੀਂ ਛੱਡਣਾ, ਵੈਰੀ ਇੰਪੋਰਟੈਂਟ ਚੈਪਟਰ ਹੈ। ਤੇ ਇਸ ਨੂੰ ਕਿਤੇ ਬਿਨਾ ਮਤਲਬ ਆਪਾਂ ਫੁੱਲ ਮਾਰਕਸ ਨਹੀਂ ਲੈ ਸਕਦੇ। ਇਸ ਲਈ ਬੇਟਾ ਅੱਛੀ ਤਰ੍ਹਾਂ ਸਮਝਿਓ ਹਰ ਇੱਕ ਕਨਸੈਪਟ, ਕਿਉਂਕਿ ਮੈਂ ਇੱਕ ਕਰਕੇ ਸਾਰੇ ਕਨਸੈਪਟ ਸਮਝਾਉਣੇ ਆ ਤੇ ਤੁਹਾਨੂੰ ਬਹੁਤ ਹੀ ਸੌਖਾ ਲੱਗੇਗਾ। ਤਾਂ ਹੁਣ ਸਭ ਤੋਂ ਪਹਿਲਾਂ ਇਹਦੀਆਂ ਵਿਧੀਆਂ ਦੇਖ ਲਓ। 3 ਵਿਧੀਆਂ ਨਾਲ ਆਪਾਂ ਰਾਸ਼ਟਰੀ ਆਮਦਨ ਦਾ ਮਾਪ ਕਰ ਸਕਦੇ ਆ। ਪਹਿਲੀ ਵਿਧੀ ਹੈ ਉਤਪਾਦ ਵਿਧੀ, ਜਿਹਨੂੰ ਮੁੱਲ ਵਾਧਾ ਵਿਧੀ ਵੀ ਕਹਿੰਦੇ ਨੇ, ਔਰ ਦੂਸਰੀ ਵਿਧੀ ਹੈ ਆਮਦਨ ਵਿਧੀ, ਔਰ ਤੀਜੀ ਵਿਧੀ ਹੈ ਖਰਚ ਵਿਧੀ। ਤਾਂ ਹੁਣ ਸਭ ਤੋਂ ਪਹਿਲੀ ਵਿਧੀ ਆਪਾਂ ਕਰਦੇ ਆ ਕੀ ਹੈ ਉਤਪਾਦ ਵਿਧੀ, ਜਾਂ ਇਹਨੂੰ ਮੁੱਲ ਵਾਧਾ ਵਿਧੀ ਕਹਿੰਦੇ ਨੇ। ਇੰਗਲਿਸ਼ ਦੇ ਵਿੱਚ ਇਹਦਾ ਨਾਮ ਹੈ ਵੈਲਿਊ ਐਡਿਡ ਮੈਥਡ। ਵੈਲਿਊ ਐਡਿਡ ਮੈਥਡ 'ਚ ਆਪਾਂ ਕੀ ਕਰਦੇ ਆ, ਕਿਸੇ ਵਿੱਤੀ ਸਾਲ ਦੌਰਾਨ ਕੀਤੇ ਗਏ ਕੁੱਲ ਉਤਪਾਦਨ ਜਾਂ ਮੁੱਲ ਵਾਧੇ ਦਾ ਜੋੜ ਕਰਕੇ ਰਾਸ਼ਟਰੀ ਆਮਦਨ ਦਾ ਪਤਾ ਲਗਾਇਆ ਜਾ ਸਕਦਾ ਹੈ, ਜਾਣੀ ਰਾਸ਼ਟਰੀ ਆਮਦਨ ਦਾ ਮਾਪ ਕੀਤਾ ਜਾ ਸਕਦਾ ਹੈ। ਵੱਖ-ਵੱਖ ਉਤਪਾਦਕ ਇਕਾਈਆਂ ਦੁਆਰਾ ਕੀਤੇ ਗਏ ਮੁੱਲ ਵਾਧੇ ਦਾ ਜੋੜ ਕਰਕੇ ਬਾਜ਼ਾਰ ਕੀਮਤ ਤੇ ਕੁੱਲ ਮੁੱਲ ਵਾਧਾ, ਜਾਣੀ ਗ੍ਰੋਸ ਵੈਲਿਊ ਐਡਿਡ ਐਟ ਮਾਰਕੀਟ ਪ੍ਰਾਈਸ ਪਤਾ ਕੀਤੀ ਜਾਂਦੀ ਹੈ। ਤੇ ਜਦੋਂ ਗ੍ਰੋਸ ਵੈਲਿਊ ਐਡਿਡ ਐਟ ਮਾਰਕੀਟ ਪ੍ਰਾਈਸ ਆ ਗਈ, ਉਹ ਕਿਹਦੇ ਬਰਾਬਰ ਹੁੰਦੀ ਹੈ GDP ਐਟ MP, ਜਾਣੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ। ਹੁਣ ਜਦੋਂ GDP MP ਆਪਾਂ ਨੂੰ ਪਤਾ ਲੱਗ ਗਿਆ ਤਾਂ ਇਹਦੇ ਤੋਂ ਆਪਾਂ ਕੀ NNP FC ਪਤਾ ਕਰ ਸਕਦੇ ਆ। ਉਹ ਤੁਹਾਨੂੰ ਪਤਾ ਹੈ ਬੱਚੇ ਕਿ ਕਿਵੇਂ ਗ੍ਰੋਸ ਤੋਂ ਨੈਟ ਤੇ ਜਾਣਾ ਹੈ, ਡੋਮੈਸਟਿਕ ਤੋਂ ਨੈਸ਼ਨਲ ਤੇ ਜਾਣਾ ਹੈ, ਉਹ ਆਪਾਂ ਬਾਅਦ ਵਿੱਚ ਉਹਦੇ ਤੋਂ ਪਤਾ ਕਰ ਸਕਦੇ ਆ। ਤਾਂ ਹੁਣ ਸਭ ਤੋਂ ਪਹਿਲਾਂ ਬੇਟਾ ਤੁਹਾਨੂੰ ਮੈਂ ਇੱਕ ਕਨਸੈਪਟ ਕਲੀਅਰ ਕਰਨਾ ਹੈ ਕਿ ਮੁੱਲ ਵਾਧਾ ਹੁੰਦਾ ਕੀ ਹੈ। ਹੁਣ ਦੇਖੋ, ਜਦੋਂ ਆਪਾਂ ਕੱਚਾ ਮਾਲ, ਕੋਈ ਵੀ ਉਤਪਾਦਕ ਹੈ ਉਹ ਕੱਚਾ ਮਾਲ ਲੈਂਦਾ, ਉਹਦੇ ਤੋਂ ਚੀਜ਼ ਬਣਾ ਕੇ ਵੇਚਦਾ ਹੈ। ਹੁਣ ਜੇ ਕੱਚਾ ਮਾਲ ਉਹਨੇ 500 ਦਾ ਲਿਆ ਤੇ 1000 ਦੀ ਚੀਜ਼ ਵੇਚਤੀ, ਤਾਂ ਉਹਨੇ ਕਿੰਨਾ ਮੁੱਲ ਵਾਧਾ ਕੀਤਾ, ਉਸ ਵਸਤੂ ਦੇ ਵਿੱਚ ਕਿੰਨੇ ਮੁੱਲ ਦਾ ਵਾਧਾ ਕੀਤਾ, ਉਹਨੂੰ ਮੁੱਲ ਵਾਧਾ ਕਹਿੰਦੇ ਆ। ਤਾਂ ਜੇ ਉਹਨੇ 500 ਦਾ ਲੈ ਕੇ 1000 ਦੀ ਚੀਜ਼ ਵੇਚੀ ਹੈ ਤਾਂ ਉਹ 500 ਰੁਪਇਆ ਉਹਨੇ ਜੋ ਕੀਤਾ ਉਹ ਮੁੱਲ ਵਾਧਾ ਕੀਤਾ ਆ। ਇਸੇ ਤਰ੍ਹਾਂ ਆਪਾਂ ਸਾਰੇ ਉਤਪਾਦਕਾਂ ਦਾ ਮੁੱਲ ਵਾਧਾ ਜੋੜ ਲਈਏ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਗ੍ਰੋਸ ਵੈਲਿਊ ਐਡਿਡ ਐਟ ਮਾਰਕੀਟ ਪ੍ਰਾਈਸ। ਹਾਂਜੀ ਬੱਚੇ, ਹੁਣ ਆਪਾਂ ਇਸ ਵਿਧੀ ਦੇ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਧਾਰਨਾਵਾਂ ਕਰਾਂਗੇ, ਇੱਕ ਕਰਕੇ ਸਾਰੇ ਕਨਸੈਪਟ ਸਮਝਾਂਗੇ ਤਾਂ ਕਿ ਤੁਹਾਨੂੰ ਆਰਾਮ ਨਾਲ ਇਸ ਦੀ ਸਮਝ ਆ ਜਾਏ। ਤਾਂ ਪਹਿਲਾ ਕਨਸੈਪਟ ਕੀ ਹੈ, ਮੁੱਲ ਵਾਧਾ, ਵੈਲਿਊ ਐਡਿਡ। ਤਾਂ ਇਹ ਹੁੰਦੀ ਕੀ ਹੈ, ਕਿਸੇ ਉਤਪਾਦਕ ਇਕਾਈ ਦੇ ਮੁੱਲ ਅਤੇ ਮੱਧਵਰਤੀ ਉਪਭੋਗ ਦਾ ਅੰਤਰ ਮੁੱਲ ਵਾਧਾ ਕਹਾਉਂਦਾ ਹੈ। ਜਾਣੀ ਕਿ ਜਿੰਨਾ ਉਤਪਾਦਨ ਹੋਇਆ ਕਿਸੇ ਉਤਪਾਦਕ ਇਕਾਈ ਦੇ ਵਿੱਚ, ਜਾਣੀ ਕਿਸੇ ਫੈਕਟਰੀ ਦੇ ਵਿੱਚ ਜਾਂ ਕਿਸੇ ਮਿਲ ਦੇ ਵਿੱਚ, ਜਿੰਨਾ ਉਤਪਾਦਨ ਹੋਇਆ ਉਹ ਸਾਰੇ ਦੇ ਉਤਪਾਦਨ ਦਾ ਮੁੱਲ ਤੇ ਮੱਧਵਰਤੀ ਉਪਭੋਗ ਦਾ ਅੰਤਰ। ਮੱਧਵਰਤੀ ਉਪਭੋਗ ਕੀ ਹੁੰਦਾ, ਜਿਹੜਾ ਆਪਾਂ ਕੱਚਾ ਮਾਲ ਲਿਆਉਂਦੇ ਹਾਂ। ਹੁਣ ਦੇਖੋ, ਕੱਚਾ ਮਾਲ ਕੁਝ ਵੀ ਹੋ ਸਕਦਾ, ਜਿਵੇਂ ਹੁਣ
धागा बनाने के लिए रूह हो सकती है, कपड़ा बनाने के लिए धागा हो सकता है, इस तरह जे किसी ने फर्नीचर बनाना तो लक्कड़ हो सकती है। ये सारा कच्चा माल तो जां बिजली होर जो आपां नूं ये काम करन दे लई चाहीदा वो सारा की कहांदा है मध्यवर्ती उपभोग जां इहनूं आपां कच्चा माल कहने हैं। ये सारा कुछ की है जे इन्हां नूं घटा दईए उत्पादन के मुੱਲ चों तां वो की कहांदा है मुੱਲ वध। वैल्यू एडिड इज इक्वल टू वैल्यू ऑफ आउटपुट माइनस इंटरमीडिएट कंजम्पशन। हुण बच्चे आपां देखने हैं कि वैल्यू ऑफ आउटपुट जानी उत्पादन का मुੱਲ की हुंदा है। हुण देखो सारे बाजार च जिन्नियां उत्पादक इकाइयां ने उन्हां द्वारा पैदा कीते गए कुल वस्तुआं ते सेवावां दे बाजार मुੱਲ नूं उत्पादन का मुੱਲ कहंदे आ। मतलब जिन्ना कुछ भी पैदा किया गया उत्पादक जो पैदा करते हैं वो सारियां दा अगर आप मार्केट वैल्यू लै लीए वो की हुंदी आ उत्पादन का मुੱਲ। हुण इहदा फॉर्मूला की है बेटा, ये हुंदा है उत्पादन का मुੱਲ बराबर है विक्री प्लस स्टॉक च परिवर्तन। हुण देखो अगर सारे का सारा जिन्ना उत्पादन होया वो सारे का सारा विक जाए तो अपने कोल उत्पादन का मुੱਲ बराबर विक्री के बराबर आ जाएगा। पर कदे भी इदा नहीं होंदा भी सारा दा सारा उत्पादन विक जाता है, कुछ ना कुछ स्टॉक के विच पिया रह जाता है। इसलिए आप उत्पादन के मुੱਲ दे विच स्टॉक विच परिवर्तन ऐड करते हैं, विक्री प्लस स्टॉक विच परिवर्तन। हुण इनू इंग्लिश अगर आप देखिए तो की हो गया, वैल्यू ऑफ आउटपुट इज इक्वल टू सेल्स प्लस चेंज इन स्टॉक। हुण चेंज इन स्टॉक है जिहड़ा ये की हुंदा, इहदा भी एक फॉर्मूला है जिहड़ा कि तुसीं याद करना है क्योंकि ये सारे फॉर्मूले तुहानूं एक मार्क्स दे विच आ सकते हैं, इसलिए वेरी इंपॉर्टेंट ने। इन्हां नूं चंगी तरह रट्टे लगा लो। स्टॉक विच परिवर्तन जिहड़ी चेंज इन स्टॉक ये हुंदा अंतिम स्टॉक माइनस शुरुआती स्टॉक। इंग्लिश आप कहिए क्लोजिंग स्टॉक माइनस ओपनिंग स्टॉक। इनू अच्छी तरह याद कर लो, चेंज इन स्टॉक इज इक्वल टू क्लोजिंग स्टॉक माइनस ओपनिंग स्टॉक। हाँ जी, मध्यवर्ती उपभोग की हुंदा कच्चा माल जां इनू कह देंगे हैं इंटरमीडिएट कंजम्पशन जानी रॉ मटीरियल। ਇਹਦਾ मतलब वो वस्तुआं जो दूजिया वस्तुओं के उत्पादन विच मदद करदियां ने वो सारियां की हुंदियां ने मध्यवर्ती उपभोग। इनू आपां मध्यवर्ती उपभोग कहने हैं, जानी जिहड़ियां चीज़ां दूसरिया वस्तुओं के उत्पादन च मदद करदियां ने। आपां फ्यूल भी कह सकते हैं, पावर भी कह सकते हैं, जां फिर आ सारा कच्चा माल जो भी है वो सारा कुछ मध्यवर्ती उपभोग च आउंदा है। हुण आपां एक उदाहरण लैने आ। एक उत्पादक इकाई किसान है वो की करता है, रूह पैदा कर रहा है, ठीक है, वह किन्ना रूह 500 रुपए की रूह बेच रहा है। इतने उत्ते मध्यवर्ती उपभोग मान लो भी वह कोई ज़्यादा खर्चा नहीं आया, बीज भी बीजा तो थोड़ा मोटा आया पर आप वैसे उन्होंने चलो मनीए भी ज़्यादा नहीं खर्चा आया, तो मुੱਲ वाधा वह किन्ना हो गया, उन्हें 500 का समान बेचा तो मुੱਲ वाधा 500 हो गया। उस तो बाद उन्हें वो जिहड़ा धागा मिल नूं रूह बेचती तो धागा बनना सी, वो धागा मिल वालियां ने 500 की रूह लैके 1000 रुपए का धागा बेचा तो इत्थे उन्होंने कितना मुੱਲ वाधा किया, 500 का मुੱਲ वाधा किया। हुण उस तो बाद वो धागा मिल ने कपड़े मिल वालियां नूं धागा बेचता, उन्होंने कपड़ा बनाउणा सी तो उन्होंने 1000 रुपए का धागा लैके 1800 का कपड़ा बना के 1800 का बेचता, जानी इन्होंने कितना मुੱਲ वाधा किया, 800 रुपए का मुੱਲ वाधा किया। इस तरह हुण कपड़े वाले ने दुकानदार नूं कपड़ा बेचता तो उन्हें की करना है, बेचण संबंधी जिहड़ियां उहदियां सेवावां ने उन्हां दे करके उन्हें अपना 2000 का 1800 का कपड़ा लिया सी पर 2000 चो कपड़ा बेचता, जानी कि उन्हें 200 रुपए का मुੱਲ वाधा किया। हुण अगर जे आपां देखिए तो सारियां दा मुੱਲ वाधा आपां जोड़ लीए कितना आ गया, आ 500 500 1000 800 1800 ते 2000 की मुੱਲ वाधा आ गया। ਇਹਦਾ मतलब ये सारियां दे जिन्ना मुੱਲ वाधा किया अगर आप सारे का जोड़ कर लिए आ 2000 रुपया तो ये 2000 की आ गया अपना टोटल मुੱਲ वाधा, जानी कि ग्रॉस वैल्यू एडिड एट मार्केट प्राइस ये निकले। ठीक है, जो ये कुल मुੱਲ वाधा आ गया फिर ये तो आप राष्ट्रीय आमदन जानी NNP/FC कट सकते हैं। तो हुण जां आपां ये लै लांगे जां की हुंदा इहदे च
हाँ जी, ਇਹਦੇ 'ਚ ਆਪਾਂ ਕੀ ਹੈ ਉਤਪਾਦਨ ਦਾ ਅੰਤਿਮ ਵਸਤੂ ਦਾ ਉਤਪਾਦਨ ਜਿਹੜੀ ਕਿ ਵਿਕਣ ਲਈ ਤਿਆਰ ਹੈ। ਆ ਉਤਪਾਦਨ ਦਾ ਮੁੱਲ ਕਿੰਨਾ ਸੀ 2000। ਆ ਦੇਖੋ ਆ ਇੱਧਰ ਵੀ 2000 ਸੇਮ ਹੈ, ਇੱਧਰ ਅਗਰ ਆਪਾਂ ਕੁੱਲ ਮੁੱਲ ਵਾਧਾ ਕਰੀਏ ਇਹ ਵੀ ਸੇਮ ਹੈ। ਇਹਦਾ ਮਤਲਬ ਚਾਹੇ ਆਪਾਂ ਆਖਰੀ ਅੰਤਮ ਵਸਤੂ ਦਾ ਉਤਪਾਦਨ ਦਾ ਮੁੱਲ ਲੈ ਲਈਏ ਉਹ, ਜਾਂ ਫਿਰ ਆਪਾਂ ਮੁੱਲ ਵਾਧਾ ਲੈ ਲਈਏ। ਹੁਣ ਇਹ ਕੀ ਹੈ, ਇਹ ਤਾਂ ਵੀ ਜ਼ਰੂਰੀ ਹੈ। ਤੁਹਾਨੂੰ ਮੈਂ ਇੱਕ ਹੋਰ ਇਹਦੇ ਨਾਲ ਹੀ ਕੰਸਰਨ ਦੱਸਦਾ ਕਿ ਜੇ ਆਪਾਂ ਅੰਤਿਮ ਵਸਤੂ ਦਾ ਮੁੱਲ ਵਾਧਾ ਉਤਪਾਦਨ ਦਾ ਮੁੱਲ ਲਈਏ ਤਾਂ ਹੀ ਆਪਾਂ ਠੀਕ ਹੈ, ਕਿਉਂਕਿ ਦੋਹਰੀ ਗਿਣਤੀ ਦੀ ਸਮੱਸਿਆ ਆ ਜਾਂਦੀ ਹੈ। ਦੋਹਰੀ ਗਿਣਤੀ ਦੀ ਸਮੱਸਿਆ ਕੀ ਹੈ, ਡਬਲ ਕਾਊਂਟਿੰਗ। ਉਹ ਹੁੰਦਾ ਵੀ ਜਦੋਂ ਕਿਸੇ ਵਸਤੂ ਦਾ ਮੁੱਲ ਜਾਂ ਦੋ ਤੋਂ ਵੱਧ ਵਾਰੀ ਆਪਾਂ ਜੋੜ ਲਈਏ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਦੋਹਰੀ ਗਿਣਤੀ ਦੀ ਸਮੱਸਿਆ। ਹੁਣ ਇਹ ਤਾਂ ਹੀ ਸੋਲਵ ਹੋ ਸਕਦੀ ਹੈ ਜੇ ਆਪਾਂ ਸਿਰਫ ਅੰਤਿਮ ਵਸਤੂ ਦਾ ਉਤਪਾਦਨ ਦਾ ਮੁੱਲ ਲਈਏ ਜਾਂ ਸਾਰੀਆਂ ਵਸਤੂਆਂ ਦਾ ਮੁੱਲ ਵਾਧਾ ਲਈਏ। ਇਹ ਦੋਨੋਂ ਹੱਲ ਨੇ, ਜਾਂ ਤਾਂ ਅੰਤਮ ਵਸਤੂਆਂ ਦਾ ਮੁੱਲ ਲੈ ਲਓ, ਅੰਤਮ ਵਸਤੂ ਦਾ ਉਤਪਾਦਨ ਦਾ ਮੁੱਲ ਲੈ ਲਓ, ਜਾਂ ਫਿਰ ਸਾਰੀਆਂ ਵਸਤੂਆਂ ਦਾ ਮੁੱਲ ਵਾਧਾ ਲੈ ਲਓ। ਤਾਂ ਫਿਰ ਦੋਹਰੀ ਗਿਣਤੀ ਦੀ ਸਮੱਸਿਆ ਆ ਡਬਲ ਕਾਊਂਟਿੰਗ ਦੀ, ਉਹ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹਾਂ। ਤਾਂ ਹੁਣ ਬੱਚੋ ਇਹ ਸੀਗਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਕੀ ਹੈ ਇਹਦਾ ਕੀਤਾ ਕਿ ਮੁੱਲ ਵਾਧਾ ਵਿਧੀ ਦੇ ਨਾਲ ਰਾਸ਼ਟਰੀ ਆਮਦਨ ਨੂੰ ਆਪਾਂ ਕਿਵੇਂ ਕੱਢ ਸਕਦੇ ਹਾਂ। ਇਹਦਾ ਬਸ ਇੱਕੋ ਹੀ ਫਾਰਮੂਲਾ ਆ, ਉਹੀ ਵੈਲਿਊ ਐਡਿਡ ਇਜ਼ ਇਕੁਅਲ ਟੂ ਉਤਪਾਦਨ ਦਾ ਮੁੱਲ ਮਾਈਨਸ ਇੰਟਰਮੀਡੀਏਟ ਕੰਜ਼ੰਪਸ਼ਨ। ਇਹ ਹੀ ਤੁਸੀਂ ਯਾਦ ਰੱਖਣਾ। ਇਹਨੂੰ ਚੰਗੀ ਤਰ੍ਹਾਂ ਰੱਟੇ ਲਗਾ ਲਓ। ਉਹਦੇ 'ਚ ਇੰਨਾ ਕੁ ਯਾਦ ਰੱਖਣਾ ਹੈ, ਜੇ ਘਰੇਲੂ ਕੰਜ਼ੰਪਸ਼ਨ ਦਿੱਤੀ ਹੋਈ ਹੈ ਤਾਂ ਉਹਦੇ ਵਿੱਚ ਇੰਪੋਰਟਸ ਜੋੜਨੇ ਨੇ। ਇੱਧਰ ਕੀ ਹੈ, ਵਿਕਰੀ ਸੰਬੰਧੀ ਆਪਾਂ ਕਈ ਵਾਰ ਐਕਸਪੋਰਟਸ ਵੀ ਜੋੜ ਦਿੰਦੇ ਹਾਂ। ਠੀਕ ਹੈ, ਵਿਕਰੀ ਸੰਬੰਧੀ ਸੇਵਾਵਾਂ 'ਚ ਜਦੋਂ ਮਤਲਬ ਆਪਾਂ ਜੋੜਦੇ ਹਾਂ ਤਾਂ ਐਕਸਪੋਰਟ ਵੀ ਜੋੜ ਦਈਦੇ ਆ। ਤਾਂ ਫਿਰ ਹੁਣ ਇਹਨਾਂ ਨੂੰ ਅੱਛੀ ਤਰ੍ਹਾਂ ਯਾਦ ਕਰੋ। ਤਾਂ ਬੱਚਿਓ ਆਪਾਂ ਕੁੱਲ ਮੁੱਲ ਵਾਧਾ ਵਿਧੀ ਦੇ ਨਾਲ ਗ੍ਰੋਸ ਵੈਲਿਊ ਐਡਿਡ ਐਟ ਮਾਰਕੀਟ ਪ੍ਰਾਈਸ ਕੱਢ ਲਿਆ, ਜਿਹੜੀ ਕਿ ਇਕੁਅਲ ਹੁੰਦੀ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਦੇ। ਜਦੋਂ ਆਪਣੇ ਕੋਲ ਗ੍ਰੋਸ ਡੋਮੈਸਟਿਕ ਪ੍ਰੋਡਕਟ ਆ ਗਈ ਤਾਂ ਫਿਰ ਇਹਦੇ ਤੋਂ ਆਪਾਂ ਰਾਸ਼ਟਰੀ ਆਮਦਨ ਜਾਣੀ NNPFC ਵੀ ਕੱਢ ਸਕਦੇ ਆ। NNPFC ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹ ਰਾਸ਼ਟਰੀ ਆਮਦਨ ਹੁੰਦੀ ਹੈ, ਇਸ ਲਈ ਆਪਾਂ GDP-MP ਤੋਂ NNPFC ਕੱਢਣੀ ਹੈ। ਵੈਸੇ ਤਾਂ ਪਿਛਲੇ ਲੈਸਨ 'ਚ ਮੈਂ ਚੰਗੀ ਤਰ੍ਹਾਂ ਸਮਝਾਇਆ ਸੀ ਕਿ ਕਿਵੇਂ ਗ੍ਰੋਸ ਤੋਂ ਨੈਟ ਤੇ ਜਾਣਾ ਹੈ, ਘਰੇਲੂ ਤੋਂ ਰਾਸ਼ਟਰੀ ਤੇ ਜਾਣਾ ਹੈ। ਪਰ ਇੱਕ ਵਾਰ ਚਲੋ ਫਿਰ ਇੱਕ ਵਾਰ ਰਿਵੀਜ਼ਨ ਕਰਦੇ ਹਾਂ ਕਿ ਹੈ ਜਦੋਂ ਆਪਾਂ ਗ੍ਰੋਸ ਤੋਂ ਨੈਟ ਤੇ ਜਾਂਦੇ ਹਾਂ ਤਾਂ ਡੈਪਰੀਸੀਏਸ਼ਨ ਹਮੇਸ਼ਾ ਮਾਈਨਸ ਹੋ ਜਾਂਦੀ ਹੈ। ਜਦੋਂ ਡੋਮੈਸਟਿਕ ਤੋਂ ਨੈਸ਼ਨਲ ਤੇ ਜਾਂਦੇ ਹਾਂ ਤਾਂ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਇਹ ਐਡ ਹੋ ਜਾਂਦਾ ਹੈ, ਔਰ ਮਾਰਕੀਟ ਪ੍ਰਾਈਸ ਤੋਂ ਫੈਕਟਰ ਕਾਸਟ ਤੇ ਜਾਣਾ ਹੈ ਤਾਂ ਨੈਟ ਇਨਡਾਇਰੈਕਟ ਟੈਕਸਿਸ ਮਾਈਨਸ ਹੋ ਜਾਣਗੇ। ਤਾਂ ਬੱਚਿਓ ਬਹੁਤ ਹੀ ਸੌਖਾ ਆ, ਇੱਕੋ ਹੀ ਛੋਟਾ ਜਿਹਾ ਫਾਰਮੂਲਾ ਹੈ, ਕੁੱਲ ਮੁੱਲ ਵਾਧਾ ਇਜ਼ ਇਕੁਅਲ ਟੂ ਉਤਪਾਦਨ ਦਾ ਮੁੱਲ ਮਾਈਨਸ ਮੱਧਵਰਤੀ ਉਪਭੋਗ, ਜਾਣੀ ਕਿ ਵੈਲਿਊ ਐਡਿਡ ਇਜ਼ ਇਕੁਅਲ ਟੂ ਵੈਲਿਊ ਆਫ ਆਊਟਪੁੱਟ ਮਾਈਨਸ ਇੰਟਰਮੀਡੀਏਟ ਕੰਜ਼ੰਪਸ਼ਨ। ਬਸ ਚੰਗੀ ਤਰ੍ਹਾਂ ਇਸ ਫਾਰਮੂਲੇ ਨੂੰ ਰੱਟ ਲਓ।